ਤਾਂ ਜਿਹੜੇ ਮੰਤਵ ਪ੍ਰੈਸ ਕਾਨਫਰੰਸਿਸ ਦੇ ਸਾਡੇ ਮੇਨਲੀ ਦੋ ਹੈਗੇ ਹੈ ਹੈ ਨਾ। ਜਿੱਦਾਂ ਦਵਿੰਦਰ ਜੀ ਨੇ ਵੀ ਦੱਸਿਆ ਵੀ ਅਸੀਂ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਇਕੱਲੀ ਇੱਥੇ ਨਹੀਂ, ਬਾਕੀ ਸਾਰੇ ਥਾਵਾਂ 'ਤੇ ਵੀ ਕਰ ਰਹੇ ਹਾਂ। ਤਾਂ ਉਹਦਾ ਪਰਪਸ ਸੀ ਕਿ ਅਸੀਂ ਇਕੱਲਾ ਪੰਜਾਬ ਸਟੇਟ ਦੇ ਵਿੱਚ ਨਹੀਂ, ਨੈਸ਼ਨਲ ਲੈਵਲ 'ਤੇ ਬਾਕੀ ਸਟੇਟਸ ਦੇ ਵਿੱਚ ਵੀ ਸਾਡੀ ਜਿਹੜੀ ਸਾਰੀ ਟੀਮ ਪਿਛਲੇ ਦਿਨਾਂ 'ਚ ਵਿਜ਼ਿਟ ਕੀਤੀ ਹੈ। ਤਾਂ ਪਹਿਲਾ ਪਰਪਸ ਸੀ ਕਿ ਯੂਨੀਵਰਸਿਟੀ ਨਈ ਇਸਟੈਬਲਿਸ਼ ਹੋਈ ਹੈ, 2015 ਦੇ ਵਿੱਚ ਯੂਨੀਵਰਸਿਟੀ ਬਣੀ ਹੈ। ਤਾਂ ਯੂਨੀਵਰਸਿਟੀ ਦੀ ਬ੍ਰਾਂਡ ਬਿਲਡਿੰਗ ਦੀ ਵੀ ਇੱਕ ਲੋੜ ਸੀ ਕਿ ਯੂਨੀਵਰਸਿਟੀ ਦੇ ਬਾਰੇ ਬਾਕੀ ਸਟੇਟਸ ਦੇ ਵਿੱਚ ਨੈਸ਼ਨਲ ਲੈਵਲ 'ਤੇ ਜਾਂ ਇੰਟਰਨੈਸ਼ਨਲ ਲੈਵਲ 'ਤੇ ਇਹ ਪਤਾ ਹੋਵੇ ਕਿ ਜਿਹੜੀ ਇਹ ਯੂਨੀਵਰਸਿਟੀ ਬਣੀ ਹੈ ਦਾ ਪਰਪਸ ਕੀ ਹੈ, ਕਿਹੜੇ ਸਾਡੇ ਕੋਲ ਕੋਰਸ ਚੱਲ ਰਹੇ ਹੈ, ਕਿਸ ਤਰ੍ਹਾਂ ਦੀ ਜਿਹੜੀ ਐਜੂਕੇਸ਼ਨ ਹੈ ਅਸੀਂ ਬੱਚਿਆਂ ਨੂੰ ਦੇ ਰਹੇ ਹਾਂ। ਦੂਸਰਾ ਮੇਨ ਮੰਤਵ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਬੱਚਿਆਂ ਨੇ ਦਾਖਲੇ ਲੈਣੇ ਹੁੰਦੇ ਆ ਸਾਰੇ, ਉਹਨਾਂ ਦੇ ਜਿਹੜੇ ਬਾਕੀ +2 ਦੇ ਬਾਕੀ ਜਿਹੜੇ ਕੋਈ ਕਿਸੇ ਨੇ ਅੰਡਰ ਗ੍ਰੈਜੂਏਟ ਦਾ ਕੋਰਸ ਕਰ ਲਿਆ, ਕਿਸੇ ਨੇ ਪੋਸਟ ਗ੍ਰੈਜੂਏਟ ਦਾ ਕਰ ਲਿਆ, ਉਹਨਾਂ ਦੇ ਰਿਜ਼ਲਟਸ ਆ ਗਏ ਆ। ਅਤੇ ਇਹ ਜਿਹੜੀਆਂ ਮੇਨ ਡੇਟਸ ਹੈ, ਹੁਣ ਜਦੋਂ ਬੱਚੇ ਨੇ ਜਾਂ ਉਹਨਾਂ ਦੇ ਮਾਪਿਆਂ ਨੇ ਫੈਸਲਾ ਲੈਣਾ ਹੈ ਕਿ ਉਹਨਾਂ ਨੇ ਕਿੱਥੋਂ ਆਪਣੀ ਐਜੂਕੇਸ਼ਨ ਗ੍ਰਹਿਣ ਕਰਨੀ ਹੈ, ਕਿਸੇ ਇੰਸਟੀਚਿਊਟ ਦੇ ਵਿੱਚ ਜਾਣਾ ਹੈ, ਕਿਸੇ ਯੂਨੀਵਰਸਿਟੀ ਦੇ ਵਿੱਚ ਜਾਣਾ ਹੈ, ਤਾਂ ਉਸ ਵੇਲੇ ਇੱਕ ਯੂਨੀਵਰਸਿਟੀ ਦੀ ਸਾਰੀ ਇਨਫੋਰਮੇਸ਼ਨ ਬੱਚਿਆਂ ਕੋਲ ਅਵੇਲੇਬਲ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਦੇ ਅਸੀਂ ਕੋਰਸ ਆਫਰ ਕਰ ਰਹੇ ਹਾਂ ਪ੍ਰੈਜੈਂਟਲੀ, ਅਤੇ ਕਿਸ ਤਰ੍ਹਾਂ ਦੇ ਕੋਈ ਸਾਡੇ ਕੋਲ ਸਕਾਲਰਸ਼ਿਪਸ ਹੈਗੇ ਹੈ, ਕਿੱਦਾਂ ਦੇ ਸਾਡੇ ਕਿਸੇ ਬਾਹਰਲੀਆਂ ਯੂਨੀਵਰਸਿਟੀ ਦੇ ਨਾਲ ਟਾਈ ਅਪ ਹੈਗੇ ਹੈ। ਤਾਂ ਮੇਨ ਪਰਪਸ ਜਿਹੜਾ ਉਹ ਹੈ ਤਾਂ ਕਿ ਅਸੀਂ ਉਹਨੂੰ ਤੁਹਾਡੇ ਪ੍ਰੈਸ ਦੇ ਨਾਲ ਸ਼ੇਅਰ ਕਰੀਏ ਅਤੇ ਉਹ ਚੀਜ਼ ਬੱਚਿਆਂ ਕੋਲ ਜ਼ਰੂਰ ਜਾਵੇ। ਕਿਉਂਕਿ ਇਸ ਵੇਲੇ ਅਦਰਵਾਈਜ਼ ਜਿਹੜਾ ਟਰੈਂਡ ਆਪਾਂ ਬਾਅਦ 'ਚ ਕੋਈ ਉਸ ਤਰ੍ਹਾਂ ਤੁਹਾਡਾ ਕੁਐਸਚਨ ਆਊਗਾ ਉਹ ਵੀ ਡਿਸਕਸ ਕਰ ਲਾਂਗੇ ਕਿ ਬਹੁਤਾ ਜਿੱਦਾਂ ਬਾਹਰ ਜਾਣ ਦਾ ਹੈ ਬੱਚਿਆਂ ਦਾ, ਤਾਂ ਡਿਫਰੈਂਟ ਤਰ੍ਹਾਂ ਦੇ ਜਿਹੜੇ ਏਜੰਟ ਵੀ ਬੈਠੇ ਹੈ ਜਿਹੜੇ ਬੱਚਿਆਂ ਨੂੰ ਉਸ ਤਰ੍ਹਾਂ ਕੋਈ ਮਿਸਗਾਈਡ ਕਰਦਾ ਹੈ। ਉਹਦੇ 'ਚੋਂ ਜੇ 20 ਏਜੰਟ ਬੈਠੇ ਆ ਤਾਂ ਜਿਹੜੇ 2-4 ਹੈ ਜਿਹੜੇ ਸਹੀ ਡਾਇਰੈਕਸ਼ਨ ਦੇ ਵਿੱਚ ਬੱਚਿਆਂ ਨੂੰ ਜਿਹੜੀ ਇੱਕ ਇਨਫੋਰਮੇਸ਼ਨ ਦਿੰਦੇ ਹੈ। ਤਾਂ ਇਹ ਯੂਨੀਵਰਸਿਟੀ ਜਿਹੜੀ ਸਾਡੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਹੈ, ਜਿਹੜੀ 2015 ਦੇ ਵਿੱਚ ਐਸਟੈਬਲਿਸ਼ ਹੋਈ। ਜਦੋਂ ਪਹਿਲਾਂ ਇੱਕ ਯੂਨੀਵਰਸਿਟੀ ਸੀ PTU, ਜਿਹੜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਸੀ, ਅਤੇ ਜਦੋਂ ਗੌਰਮੈਂਟ ਨੂੰ ਇਹ ਲੱਗਿਆ ਕਿ ਉਹਦੇ ਕੋਲ ਬਹੁਤ ਜ਼ਿਆਦਾ ਕਾਲਜ ਹੋ ਗਏ, ਜਿਹੜਾ ਇੱਕ ਜਗ੍ਹਾ ਤੋਂ ਸਾਰਿਆਂ ਨੂੰ ਕੰਟਰੋਲ ਕਰਨਾ ਜਾਂ ਹਰ ਤਰ੍ਹਾਂ ਦੀ ਜਿਹੜੀ ਉਸ ਤਰ੍ਹਾਂ ਦੀ ਸਪੋਰਟ ਇੰਸਟੀਟਿਊਸ਼ਨ ਨੂੰ ਦੇਣੀ ਉਹ ਪੋਸੀਬਲ ਨਹੀਂ ਸੀ। ਤਾਂ ਉਸ ਵੇਲੇ ਡਿਸਾਈਡ ਹੋਇਆ ਕਿ ਜਿਹੜੀ ਸਟੇਟ ਹੈ 'ਚ 2 ਟੈਕਨੀਕਲ ਯੂਨੀਵਰਸਿਟੀਜ਼ ਬਣ ਜਾਣ। ਤਾਂ ਜਿਹੜੇ 12 ਡਿਸਟ੍ਰਿਕਟ ਸਾਡੇ ਕੋਲ ਹੈਗੇ ਜਿਹਦੇ 'ਚ ਮੇਨਲੀ ਜਿਹੜਾ ਮਾਲਵਾ ਅਤੇ ਬਾਕੀ ਹੋ ਗਿਆ, ਬਾਕੀ ਜਿਹੜੇ ਡਿਸਟ੍ਰਿਕਟ ਹੈ ਉਹ PTU ਕੋਲ ਹੈ। ਤਾਂ ਉਦੋਂ ਤੋਂ ਜਿਹੜੀ ਯੂਨੀਵਰਸਿਟੀ ਨੇ ਆਪਣਾ ਪਰਫਾਰਮ ਕਰਨਾ ਸ਼ੁਰੂ ਕੀਤਾ। ਤਾਂ ਪ੍ਰੈਜੈਂਟਲੀ ਬਹੁਤ ਵਧੀਆ ਜਿਹੜੀ ਯੂਨੀਵਰਸਿਟੀ ਦੀ ਤੁਸੀਂ ਬਿਲਡਿੰਗ ਆਪਾਂ ਵੈਬਸਾਈਟ ਦੇ ਉੱਪਰ ਹਰ ਇੱਕ ਚੀਜ਼ ਅਵੇਲੇਬਲ ਹੈਗੀ ਹੈ, ਸਾਰੀ ਇਨਫੋਰਮੇਸ਼ਨ। ਪਰ ਜਿਹੜੀ ਇਹ ਯੂਨੀਵਰਸਿਟੀ ਬਣੀ ਹੈ ਜਿੱਥੇ ਸਾਡਾ ਬਹੁਤ ਪੁਰਾਣਾ ਜਿਹੜਾ ਗੌਰਮੈਂਟ ਕਾਲਜ ਸੀ, ਜਿਹੜਾ ਮੇਰੇ ਖਿਆਲ ਪੰਜਾਬ ਦੇ ਵਿੱਚ ਪਹਿਲਾ ਕਾਲਜ ਸੀ 89 ਦੇ ਵਿੱਚ ਐਸਟੈਬਲਿਸ਼ ਹੋਇਆ, ਉਸ ਵੇਲੇ ਗੌਰਮੈਂਟ ਕਾਲਜ ਸੀ। ਬਾਅਦ 'ਚ ਜਿਹਨੂੰ ਜਦੋਂ ਆਪਣਾ ਗਿਆਨੀ ਜੈਲ ਸਿੰਘ ਜਿਹੜੇ ਰਾਸ਼ਟਰਪਤੀ ਸੀਗੇ, ਉਹਨਾਂ ਦੀ ਜਿਹੜੀ ਜਦੋਂ ਡੈਥ ਐਨੀਵਰਸਰੀ ਦੇ ਉੱਪਰ ਗੌਰਮੈਂਟ ਨੇ ਅਨਾਊਂਸ ਕੀਤਾ ਕਿ ਅਸੀਂ ਉਹਨਾਂ ਦੇ ਨਾਮ 'ਤੇ ਇੱਕ ਕਾਲਜ ਐਸਟੈਬਲਿਸ਼ ਕਰਾਂਗੇ। ਤਾਂ ਉਸ ਵੇਲੇ ਫਿਰ ਉਸੇ ਗੌਰਮੈਂਟ ਕਾਲਜ ਦਾ ਹੀ ਨਾਮ ਜਿਹੜਾ ਹੈਗਾ ਉਹ ਗਿਆਨੀ ਜੈਲ ਸਿੰਘ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਕਰਤਾ ਸੀ। ਤਾਂ ਉਸ ਕਾਲਜ ਨੂੰ ਹੀ ਵਿਕਸਿਤ ਕੀਤਾ ਐਜ਼ ਏ ਯੂਨੀਵਰਸਿਟੀ ਕੈਂਪਸ ਦੇ ਵਾਸਤੇ। ਤਾਂ ਪ੍ਰੈਜੈਂਟਲੀ ਅਗਰ ਯੂਨੀਵਰਸਿਟੀ ਦੀ ਰੈਂਕਿੰਗ ਦੀ ਗੱਲ ਕਰੀਏ ਤਾਂ ਵੈਬਸਾਈਟ ਦੇ ਉੱਪਰ ਵੀ ਅਵੇਲੇਬਲ ਹੈਗਾ। ਲੇਟੈਸਟ ਜਿਹੜਾ 3-4 ਮਹੀਨੇ ਪਹਿਲਾਂ ਜਿਹੜੀ ਅਰਈਆ ਰੈਂਕਿੰਗ ਹੈ, ਜਿਹੜੀ ਬੇਸਡ ਹੈਗੀ ਔਨ ਇਨੋਵੇਸ਼ਨਸ ਦੇ ਉੱਪਰ, ਜਿਹੜੀ ਆਲ ਇੰਡੀਆ ਲੈਵਲ ਦੇ ਉੱਪਰ ਹੈ ਨਾ, ਅਟਲ ਰੈਂਕਿੰਗ ਜਿਹਨੂੰ ਕਹਿੰਦੇ ਆ ਅਰਈਆ ਦੇ ਵਿੱਚ। ਤਾਂ ਬਿਗਿਨਰ ਕੈਟੇਗਰੀਜ਼, ਕਿਉਂਕਿ ਡਿਫਰੈਂਟ ਕੈਟੇਗਰੀਜ਼ ਉਹ 'ਚ ਡਿਫਾਈਨ ਕਰਦੇ ਆ। ਬਿਗਿਨਰ ਕੈਟੇਗਰੀ ਦਾ ਮਤਲਬ ਕਿ ਜਿਹੜੀਆਂ ਨਵੀਆਂ ਇੰਸਟੀਟਿਊਸ਼ਨਸ ਬਣੀਆਂ, ਤਾਂ ਉਹਦੇ 'ਚੋਂ ਆਲ ਇੰਡੀਆ ਲੈਵਲ 'ਤੇ ਜਿਹੜੀ 4th ਪੋਜੀਸ਼ਨ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਨੂੰ ਮਿਲੀ ਹੈ। ਓਵਰਆਲ ਜਿਹੜਾ ਸਾਨੂੰ 62 ਜਿਹੜਾ ਸਾਡਾ ਰੈਂਕ ਹੈ, ਜਿਹੜਾ ਕਿ ਜਿਹਦੇ 'ਚ ਪਾਰਟੀਸਪੇਟ ਕੀਤਾ ਆਲਮੋਸਟ 2500 ਜਾਂ 2600 ਇੰਸਟੀਟਿਊਸ਼ਨਸ ਆਲ ਓਵਰ ਇੰਡੀਆ ਤੋਂ। ਤਾਂ ਇਹ ਯੂਨੀਵਰਸਿਟੀ ਦੀ ਜਿਹੜੀ ਰੈਂਕਿੰਗ ਦੀ ਗੱਲ ਹੈਗੀ ਹੈ। ਜਿੱਥੋਂ ਤੱਕ ਅਸੀਂ ਕੋਈ ਇੰਟਰਨੈਸ਼ਨਲ ਟਾਈ ਅਪਸ ਦਾ ਜਾਂ ਨਵੇਂ ਕੋਰਸਿਸ ਦੀ ਗੱਲ ਕਰਦੇ ਹਾਂ, ਤਾਂ ਉਸ ਤਰ੍ਹਾਂ ਦੇ ਬਹੁਤ ਜ਼ਿਆਦਾ ਜਿਹੜੇ ਨਵੇਂ ਕੋਰਸ ਅਸੀਂ ਇਸ ਸਾਲ ਤੋਂ ਵੀ ਫਲੋਟ ਕੀਤੇ ਹੈ। ਪ੍ਰੈਜੈਂਟਲੀ ਯੂਨੀਵਰਸਿਟੀ ਦੇ ਨਾਲ 55 ਦੇ ਆਸ-ਪਾਸ ਸਾਡੇ ਨਾਲ ਜਿਹੜੇ ਕਾਲਜ ਹੈਗੇ ਹੈ, ਜਿਹੜੇ ਡਿਫਰੈਂਟ, ਉਹ 12 ਡਿਸਟ੍ਰਿਕਟ ਦੇ ਵਿੱਚ, ਜਿਹਦੇ 'ਚੋਂ ਇਹ ਵੀ ਇੱਕ ਇੰਸਟੀਟਿਊਸ਼ਨ ਆਉਂਦੀ ਹੈ ਜਿੱਥੇ ਆਪਾਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹਾਂ, ਦੇਸ਼ ਭਗਤ ਕਾਲਜ। ਇਹ ਵੀ ਸਾਡਾ ਬਹੁਤ ਵਧੀਆ ਐਫੀਲੀਏਟਡ ਇੰਸਟੀਚਿਊਟ ਹੈ। ਤਾਂ ਉਹ ਸਾਰੇ ਕਾਲਜਾਂ ਦੇ ਵਿੱਚ ਜਿਹੜਾ ਸਾਡਾ ਮੰਤਵ ਹੈ ਕਿ ਬੱਚਿਆਂ ਨੂੰ ਪ੍ਰੋਪਰ ਜਿਹੜੀ ਉਹਦੀ ਐਜੂਕੇਸ਼ਨ ਦਿੱਤੀ ਜਾਵੇ, ਕਿਉਂਕਿ ਡਿਵਾਈਡ ਕਰਨ ਦਾ ਪਰਪਸ ਵੀ ਇਹੀ ਸੀ ਕਿ ਹਰ ਇੱਕ ਕਾਲਜ 'ਚ ਵਿਜ਼ਿਟ ਕਰਕੇ ਉੱਥੇ ਦਾ ਇਨਫਰਾਸਟਰਕਚਰ, ਉੱਥੇ ਦੀ ਫੈਕਲਟੀ ਚੈੱਕ ਕਰ ਲਈ ਜਾਵੇ। ਤਾਂ ਉਹ ਵੀ ਇਹ ਸਾਰੀਆਂ ਵਿਜ਼ਿਟਸ ਦੇ ਵਿੱਚ ਆ ਜਾਂਦਾ ਜਦੋਂ ਵੀ ਕੋਈ ਟੀਮ ਵਿਜ਼ਿਟ ਕਰਦੀ ਹੈ। ਤਾਂ ਸੈਕੰਡ ਸੀ ਕਿ ਜਿਹੜੇ ਇੰਟਰਨੈਸ਼ਨਲ ਟਾਈ ਅਪਸ, ਕਿਉਂਕਿ ਪ੍ਰੈਜੈਂਟਲੀ ਬੱਚਿਆਂ ਦਾ ਜ਼ਿਆਦਾ ਮੇਨ ਮਕਸਦ ਹੈ ਕਿ ਉਹਨਾਂ ਨੇ ਜਦੋਂ ਦਾਖਲਾ ਲੈਣਾ ਹੈ, ਬਹੁਤੇ ਬੱਚੇ +2 ਤੋਂ ਬਾਅਦ 'ਚ ਬਾਹਰ ਜਾਂਦੇ ਆ,
ਜਾਂ ਫਿਰ ਇਹ ਹੁੰਦਾ ਵੀ ਅਸੀਂ ਗ੍ਰੈਜੂਏਸ਼ਨ ਤੋਂ ਬਾਅਦ ਚੱਲ ਜਾਈਏ, ਜਾਂ ਬਹੁਤ ਯੂਨੀਵਰਸਿਟੀ ਦੇ ਵਿੱਚ ਪ੍ਰੈਜ਼ੈਂਟਲੀ 2+2 ਜਿਹੜੇ ਪ੍ਰੋਗਰਾਮ ਚੱਲ ਰਹੇ ਆ। 2+2 ਦਾ ਮਤਲਬ ਹੈ ਕਿ ਉਹਨੇ 2 ਸਾਲ ਕਿਸੇ ਕੋਰਸ ਦੇ ਵਿੱਚ ਅਗਰ ਇੱਥੇ ਲਾ ਲਏ ਬੱਚਾ ਤੇ 2 ਸਾਲ ਬਾਹਰ ਜਾ ਕੇ ਪੜ੍ਹ ਸਕਦਾ ਹੈ। ਜ਼ਿਆਦਾਤਰ ਜਿਹੜੇ ਪ੍ਰੋਗਰਾਮ ਹੈ 2+2 ਇਸ ਕਰਕੇ ਵੀ ਹੈ ਕਿ ਜਿੰਨੀਆਂ ਕੈਨੇਡੀਅਨ ਯੂਨੀਵਰਸਿਟੀਜ਼ ਹੈ ਉਹ ਕੈਨੇਡਾ ਗੌਰਮੈਂਟ ਦੀ ਰਿਕੁਆਇਰਮੈਂਟ ਹੀ ਹੈ ਕਿ 50% ਜਿਹੜੇ ਕ੍ਰੈਡਿਟ ਹੈ ਉਹ ਬੱਚੇ ਨੇ ਜ਼ਰੂਰ ਉਸ ਇੰਸਟੀਟਿਊਸ਼ਨ ਤੋਂ ਹਾਸਲ ਕਰਨੇ ਹੈ ਜਿੱਥੋਂ ਉਹਨੂੰ ਡਿਗਰੀ ਮਿਲਣੀ ਹੈ। ਤਾਂ ਇਸੇ ਕਰਕੇ ਉਹ 2+2 ਹੁੰਦਾ ਹੈ ਜਾਂ 1+3 ਹੋਊਗਾ ਨਾ। ਤਾਂ ਉਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੀ ਸਾਡੀ ਯੂਨੀਵਰਸਿਟੀ ਦੇ ਵਿੱਚ ਵੀ ਕੈਨੇਡੀਅਨ ਯੂਨੀਵਰਸਿਟੀ ਦੇ ਨਾਲ ਟਾਈ ਅਪ ਹੈਗਾ। ਅਤੇ ਸਪੈਸ਼ਲੀ ਜਿਹੜਾ ਇਹ ਕਾਲਜ ਹੈ, ਜਿਹੜਾ ਦੇਸ਼ ਭਗਤ ਕਾਲਜ ਹੈ, ਇਹਨਾਂ ਦੇ ਆਪਣੇ ਹੀ ਬਹੁਤ ਜ਼ਿਆਦਾ ਟਾਈ ਅਪ ਹੈਗੇ ਅਤੇ ਯੂਨੀਵਰਸਿਟੀ ਨੂੰ ਵੀ ਸਪੋਰਟ ਕਰਦੇ ਰਹਿੰਦੇ ਆ ਉਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਦੇ ਵਿੱਚ, ਜਿਹੜੇ ਕੋਈ 2+2 ਜਾਂ 3+1 ਜਾਂ 1+1 ਜਿੱਦਾਂ ਮਾਸਟਰਸ ਕੋਰਸ ਹੈਗੇ ਆ। ਤਾਂ ਉਹਦੇ 'ਚ ਬੱਚਾ 2 ਸਾਲ ਇੱਥੇ ਪੜ੍ਹ ਕੇ 2 ਸਾਲ ਉੱਥੇ ਲਾ ਕੇ ਉੱਥੋਂ ਦੀ ਜਿਹੜੀ ਯੂਨੀਵਰਸਿਟੀ ਦੀ ਉਹਨੂੰ ਡਿਗਰੀ ਮਿਲ ਜਾਂਦੀ ਹੈ। ਤਾਂ ਇੱਕ ਤਾਂ ਉਹਦੇ 'ਚ ਸੇਵਿੰਗ ਹੋ ਜਾਂਦੀ ਹੈ ਬਹੁਤ ਜ਼ਿਆਦਾ ਕਿ 2 ਸਾਲ ਦੀ ਜਿਹੜੀ ਫੀਸ ਉਹਨੇ ਆਪਣੀ ਇੱਥੇ ਦੀ ਫੀਸ ਦਿੱਤੀ, ਆਪਣੇ ਪੇਰੈਂਟਸ ਕੋਲੇ ਆਪਣੇ ਘਰ ਰਹਿ ਕੇ ਉਹਨੇ ਆਪਣੀ ਡਿਗਰੀ ਸ਼ੁਰੂ ਕਰ ਲਈ। ਅਤੇ ਅਗਲੇ 2 ਸਾਲ ਥੋੜ੍ਹਾ ਜਿਹਾ ਬੱਚਾ ਮੈਚਿਓਰ ਵੀ ਹੋ ਜਾਊਗਾ +2 ਤੋਂ ਬਾਅਦ, ਨਹੀਂ ਤਾਂ ਇਮੀਡੀਏਟਲੀ +2 ਤੋਂ ਬਾਅਦ ਜਾਂਦਾ। ਇੱਕ ਤਾਂ ਇਹੀ ਬੈਨੀਫਿਟ ਹੈ ਕਿ ਬੱਚਾ ਮੈਚਿਓਰ ਹੋ ਗਿਆ, ਉਹਦੀ ਡਿਪਲੋਮੇ ਦੀ ਬਜਾਏ ਡਿਗਰੀ ਹੋ ਗਈ ਸੇਮ ਖਰਚੇ ਦੇ ਨਾਲ, ਕਿਉਂਕਿ ਅਦਰਵਾਈਜ਼ +2 ਤੋਂ ਬਾਅਦ ਜਾਂਦਾ ਉੱਥੇ ਉਹਨੂੰ ਕੋਈ ਨਾ ਕੋਈ ਡਿਪਲੋਮੇ ਦੇ ਵਿੱਚ ਦਾਖਲਾ ਮਿਲਣਾ ਹੈ। ਅਤੇ ਉਹ ਤੋਂ ਬਾਅਦ ਜਿਹੜੀ ਉਹਦੀ ਮੈਂ ਕਹਾਂਗਾ ਜਿਹੜੀਆਂ ਅਪਰਚੁਨਿਟੀਜ਼ ਹੈਗੀਆਂ ਜਾਂ ਜਿਹੜਾ ਉਹਦਾ ਸਟੇਟਸ ਹੈਗਾ ਜਾਂ ਲਿਵਿੰਗ ਸਟੈਂਡਰਡ ਹੈਗਾ ਉਸ ਕੰਟਰੀ 'ਚ, ਜੇ ਡਿਪਲੋਮੇ ਤੋਂ ਬਾਅਦ ਜਿਹੜੀ ਉਹਨੂੰ ਜੋਬ ਮਿਲੂਗੀ ਉਹ ਜੋਬ ਵੀ ਬਹੁਤੀ ਵਧੀਆ ਨਹੀਂ ਹੋਊਗੀ, ਲੁਕਰੇਟਿਵ ਨਹੀਂ ਹੋਊਗੀ, ਹੋ ਸਕਦਾ ਜ਼ਿਆਦਾ ਲੇਬਰ ਟਾਈਪ ਜੋਬ ਹੈ ਜਿਹੜੀ ਮਿਲਦੀ ਹੈ, ਅਤੇ ਪੈਕੇਜ ਵੀ ਬਹੁਤਾ ਵਧੀਆ ਨਹੀਂ ਮਿਲਦਾ। ਜਿੱਥੇ ਉਹਨੂੰ ਕੋਈ ਅਸੀਂ ਕਹੀਏ ਕੋਈ 25,000 30,000 40,000 ਤੱਕ ਐਨੂਅਲ ਜਿਹੜਾ ਡਾਲਰਸ ਦੇ ਵਿੱਚ ਪੈਕੇਜ ਮਿਲਦਾ ਹੈ। ਬਟ ਅਗਰ ਉਹ ਉੱਥੋਂ ਦੀ ਅੰਡਰ ਗ੍ਰੈਜੂਏਟ ਦੀ ਡਿਗਰੀ ਕਰਦਾ ਜਿਹੜੀ ਕਿ ਬਹੁਤ ਜ਼ਿਆਦਾ ਡਿਮਾਂਡ 'ਚ ਹੈ ਐਜ਼ ਕੰਪੇਅਰ ਟੂ, ਬੇਸ਼ੱਕ ਉੱਥੇ ਜਾ ਕੇ ਬਾਅਦ 'ਚ ਮਾਸਟਰਸ ਵੀ ਕਰੇ, ਪਰ ਉਹਦੇ ਨਾਲੋਂ ਵੀ ਜ਼ਿਆਦਾ ਜਿਹੜੀ ਡਿਮਾਂਡ ਹੈ ਉਹ ਹੈਗੀ ਹੈ ਉੱਥੇ ਦੀ ਅੰਡਰ ਗ੍ਰੈਜੂਏਟ ਡਿਗਰੀ ਦੀ। ਤਾਂ ਉਹ ਡਿਗਰੀ ਕਰਕੇ ਅਗਰ ਉਹ ਬੱਚਾ ਜੋਬ ਲਊਗਾ ਤਾਂ ਉਹਦਾ ਜਿਹੜਾ ਪੈਕੇਜ ਹੈ ਦੈਟ ਇਜ਼ ਇਨ $100,000 ਅਤੇ ਜਿਹੜਾ $1,00,000 ਤੱਕ ਦਾ ਜਿਹੜਾ ਪੈਕੇਜ ਮਿਲਦਾ ਹੈ। ਅਤੇ ਉਹ ਪੈਕੇਜ ਤੋਂ ਹੀ ਅਸੀਂ ਆਈਡੀਆ ਲਾ ਸਕਦੇ ਹਾਂ ਕਿ ਕੀ ਬੱਚੇ ਦਾ ਸਟੈਂਡਰਡ ਜਾਂ ਕੀ ਉੱਥੇ ਹੋਊਗਾ। ਪਰ ਕਿਉਂਕਿ ਬਹੁਤੇ ਥਾਵਾਂ 'ਤੇ ਕੁਛ ਉਸ ਤਰ੍ਹਾਂ ਦੀਆਂ ਜਿਹੜੀਆਂ ਕੋਈ ਕੰਪਨੀਜ਼ ਜਾਂ ਏਜੰਟ ਹੈਗੇ ਜਿਹੜੇ ਕਹਿੰਦੇ ਜੀ ਇਹ ਤਾਂ ਰੂਲ ਹੀ ਚੇਂਜ ਹੋ ਜਾਊਗਾ, 2 ਸਾਲ ਬਾਅਦ ਤਾਂ ਬੱਚਾ ਜਾ ਹੀ ਨਹੀਂ ਸਕਣਾ, ਤੁਸੀਂ ਹੁਣੇ ਭੇਜ ਦਿਓ, ਉਹ ਕੋਈ ਸ਼ਾਰਟ ਗੇਨ ਵਾਸਤੇ ਹੈਗਾ। ਬਟ ਸਭ ਤੋਂ ਜਿਹੜੇ ਲੁਕਰੇਟਿਵ ਪ੍ਰੋਗਰਾਮ ਹੈਗੇ ਆ ਜਾਂ ਬੱਚਿਆਂ ਵਾਸਤੇ ਬੈਨੀਫੀਸ਼ੀਅਲ ਹੈ ਉਹ 2+2 ਪ੍ਰੋਗਰਾਮ ਹੈ। ਤਾਂ ਉਹਦੇ 'ਚ ਇਹ ਨਹੀਂ ਵੀ ਇਕੱਲੀ ਸਾਡੀ ਯੂਨੀਵਰਸਿਟੀ ਉਹ ਪ੍ਰੋਗਰਾਮ ਆਫਰ ਕਰਦੀ ਹੈ, ਬਾਕੀ ਸਾਰੀਆਂ ਯੂਨੀਵਰਸਿਟੀਜ਼ ਦੇ ਟਾਈ ਅਪ ਹੈਗੇ ਆ। ਔਰ ਈਵਨ ਬਿਨਾਂ ਟਾਈ ਅਪ ਤੋਂ ਵੀ, ਜੇ ਤੁਹਾਡਾ ਕਿਸੇ ਵੀ ਯੂਨੀਵਰਸਿਟੀ ਦਾ ਕਿਸੇ ਨਾਲ ਟਾਈ ਅਪ ਨਹੀਂ ਵੀ ਹੈਗਾ ਤਾਂ ਵੀ ਅਗਰ ਕੋਈ ਬੱਚਾ ਇੱਥੋਂ ਜਾਣਾ ਚਾਹੁੰਦਾ ਹੈ ਉਹ ਉੱਥੇ ਐਡਮਿਸ਼ਨ ਲੈ ਸਕਦਾ। ਇੱਥੋਂ 2 ਸਾਲ ਪੜ੍ਹ ਕੇ 3 ਸਾਲ ਪੜ੍ਹ ਕੇ ਉਹਨੂੰ ਕ੍ਰੈਡਿਟ ਜਿੰਨੇ ਉਹਨੇ ਕੋਰਸ ਇੱਥੋਂ ਕਰਿਆ ਹਰ ਇੱਕ ਯੂਨੀਵਰਸਿਟੀ ਦੇ ਦਿੰਦੀ ਹੈ, ਪਰ ਉਹਦੇ 'ਚ ਕੁਛ ਟਾਈਮ ਲੱਗਦਾ ਕਿ ਪਹਿਲਾਂ ਉਹ ਸਾਰਾ ਤੁਹਾਡਾ ਸਿਲੇਬਸ ਕਰਿਕੂਲਮ ਮੰਗਾਉਣਗੀਆਂ, ਫਿਰ ਉਹ ਚੈੱਕ ਕਰਨਗੇ, ਮੈਪ ਕਰਨਗੇ ਆਪਣੇ ਕੋਰਸ ਦੇ ਨਾਲ। ਪਰ ਜਦੋਂ ਅਸੀਂ MOU ਕਰਦੇ ਹਾਂ ਉਹ ਸਾਰੀਆਂ ਚੀਜ਼ਾਂ ਪਹਿਲਾਂ ਹੋ ਜਾਂਦੀਆਂ, ਤਾਂ ਐਡਮਿਸ਼ਨ ਦੇ ਨਾਲ ਹੀ ਬੱਚੇ ਨੂੰ ਇਹ ਪਤਾ ਲੱਗ ਜਾਂਦਾ ਕਿ ਮੈਨੂੰ ਆਹ ਸਬਜੈਕਟਸ ਦੇ ਵਿੱਚ ਕ੍ਰੈਡਿਟਸ ਮਿਲ ਗਏ। ਤਾਂ ਉਹ ਤੋਂ ਸਾਰਿਆਂ ਤੋਂ ਜ਼ਿਆਦਾ ਵਧੀਆ ਵੀ ਸਾਡਾ ਇੱਕ USA ਯੂਨੀਵਰਸਿਟੀ ਦੇ ਨਾਲ ਵੀ ਮਤਲਬ ਐਸੇ ਸਾਲ ਤੋਂ ਹੀ ਜਿਹੜਾ MOU ਹੋਇਆ, ਜਿਹੜੀ ਵੇਨ ਸਟੇਟ ਯੂਨੀਵਰਸਿਟੀ ਹੈ ਜਿਹੜੀ ਬਿਲਕੁਲ ਕੈਨੇਡਾ ਦੇ ਬਾਰਡਰ 'ਤੇ ਹੈ, ਮਿਸ਼ੀਗਨ ਸਟੇਟਸ ਦੇ ਵਿੱਚ ਡੈਟਰੋਇਟ ਸਿਟੀ ਹੈ ਜਾਂ ਮਿਸ਼ੀਗਨ ਸਟੇਟ ਜਾਂ ਡੈਟਰੋਇਟ ਸਿਟੀ ਹੈਗਾ ਜਿੱਥੇ ਜ਼ਿਆਦਾਤਰ ਆਟੋਮੋਬਾਈਲਸ ਦੀਆਂ ਕੰਪਨੀਜ਼ ਹੈਗੀਆਂ। ਇਟ ਇਜ਼ ਨੋਨ ਫਾਰ ਦੈਟ। ਉਹ ਯੂਨੀਵਰਸਿਟੀ ਦੀ ਰੈਂਕਿੰਗ ਵੀ ਬਹੁਤ ਵਧੀਆ ਹੈ। ਅਤੇ ਉੱਥੇ ਰਾਦਰ ਈਵਨ 2+2 ਵੀ ਨਹੀਂ, ਕਿਉਂਕਿ USA ਦੀ ਇੱਦਾਂ ਦੀ ਕੰਡੀਸ਼ਨ ਨਹੀਂ ਸੀ, ਉੱਥੇ 3+1 ਹੈ ਕਿ 3 ਜਿਹੜੇ ਇੰਜੀਨੀਅਰਿੰਗ ਦੇ ਪ੍ਰੋਗਰਾਮ ਉਹਦੇ 'ਚ ਅਸੀਂ ਪ੍ਰੈਜ਼ੈਂਟਲੀ ਚੂਜ਼ ਕੀਤੇ ਆ। ਹੋ ਸਕਦਾ ਆਉਣ ਵਾਲੇ ਟਾਈਮ 'ਚ ਬਾਕੀ ਵੀ ਐਡ ਕਰ ਲਈਏ, ਜਿਹਦੇ 'ਚ ਮਕੈਨੀਕਲ ਹੈਗਾ ਕਿਉਂਕਿ ਉਹ ਆਟੋਮੋਬਾਈਲ ਦਾ ਖੇਤਰ ਹੈ, ਅਤੇ ਇਸ ਕਰਕੇ ਸਾਨੂੰ ਲੱਗਾ ਕਿ ਮਕੈਨੀਕਲ ਦੀ ਜਿਹੜੀ ਡਿਮਾਂਡ ਵੀ ਜ਼ਿਆਦਾ ਹੋਊਗੀ, ਉੱਥੇ ਜੋਬਸ ਵੀ ਉਹਦੇ ਨਾਲ ਰਿਲੇਟਡ ਜ਼ਿਆਦਾ ਹੈ। ਦੈਨ ਇਲੈਕਟ੍ਰੀਕਲ ਅਤੇ ਕੰਪਿਊਟਰ 3 ਸਬਜੈਕਟ ਅਸੀਂ ਹਲੇ ਲਏ ਆ, ਜਿਹਦੇ 'ਚ ਸਿਰਫ ਬੱਚੇ ਨੇ 3 ਸਾਲ ਇੱਥੇ ਪੜ੍ਹਨਾ, ਉੱਥੇ 1 ਸਾਲ ਪੜ੍ਹਨਾ ਹੈ। 1 ਸਾਲ ਦੇ ਵਿੱਚ ਜਿਹੜੀ ਡਿਗਰੀ ਦੇਣੀ ਹੈ, ਜਿਹੜੀ ਉਹ ਇੰਜੀਨੀਅਰਿੰਗ ਦੀ ਉਹ ਡਿਗਰੀ ਦੇਣਗੇ ਉਹ ਯੂਨੀਵਰਸਿਟੀ ਦੇਊਗੀ। ਫਰਦਰ ਹੈ ਜੇ ਬੱਚੇ ਨੂੰ ਉੱਥੇ 2 ਸਾਲ ਪੜ੍ਹਨਾ ਹੈ ਕਿ 3+2 ਹੋ ਗਿਆ, ਤਾਂ ਉਹਦੇ 'ਚੋਂ 2 ਡਿਗਰੀਜ਼ ਦੇਣਗੇ, ਅੰਡਰ ਗ੍ਰੈਜੂਏਟ ਦੀ ਡਿਗਰੀ ਵੀ ਜਿਹੜੀ ਜਿਵੇਂ B.Tech ਦੀ ਡਿਗਰੀ ਹੋਗੀ ਅਤੇ ਪਲੱਸ ਮਾਸਟਰਸ ਦੀ। ਉਹ ਵੀ ਬਹੁਤ ਵਧੀਆ ਪ੍ਰੋਗਰਾਮ ਹੈ ਜਿਹੜਾ ਮੇਰੇ ਖਿਆਲ ਹੈ ਨੈਸ਼ਨਲ ਲੈਵਲ 'ਤੇ ਇੱਕ ਪਹਿਲਾ ਇਸ ਤਰ੍ਹਾਂ ਦਾ ਪ੍ਰੋਗਰਾਮ ਹੈ, ਕਿਉਂਕਿ ਉੱਥੇ ਆਪਣੇ ਇੱਧਰੋਂ IIT ਤੋਂ ਕੋਈ ਪ੍ਰੋਫੈਸਰ ਸਾਡੇ ਨੋਨ ਹੈ ਜਿਹੜੇ ਉੱਥੇ ਪ੍ਰੈਜ਼ੈਂਟਲੀ ਸਰਵ ਕਰ ਰਹੇ ਆ, ਉਹਨਾਂ ਦੀ ਮਦਦ ਦੇ ਨਾਲ ਉਹ ਯੂਨੀਵਰਸਿਟੀ ਐਗਰੀ ਕੀਤੀ ਹੈ ਕਿ ਅਸੀਂ 3+1 ਵਾਲਾ ਜਿਹੜਾ MOU ਹੈ ਉਹ ਵੀ ਐਪਲੀਕੇਬਲ ਹੈ। ਤਾਂ ਉਸ ਤਰ੍ਹਾਂ ਦੀਆਂ ਚੀਜ਼ਾਂ ਅਗਰ ਬੱਚਿਆਂ ਕੋਲ ਜਾਣਗੀਆਂ, ਵੈਸੇ ਐਵਰੀਥਿੰਗ ਇਜ਼ ਅਵੇਲੇਬਲ ਔਨ ਆਰ ਵੈਬਸਾਈਟ, ਕਿ ਅਗਰ ਤੁਸੀਂ ਵੈਬਸਾਈਟ 'ਤੇ ਦੇਖੋਗੇ ਸਾਰੇ ਜਿੰਨੇ MOU ਹੈ, ਜੋ ਸਾਡੇ ਕੋਲ ਇਨਫਰਾਸਟਰਕਚਰ ਹੈ, ਉਹ ਸਾਰੀਆਂ ਚੀਜ਼ਾਂ ਵੈਬਸਾਈਟ ਦੇ ਉੱਪਰ ਅਵੇਲੇਬਲ ਹੈਗੀਆਂ। ਅਤੇ ਪ੍ਰੈਜ਼ੈਂਟਲੀ ਜਿਹੜੀ ਯੂਨੀਵਰਸਿਟੀ ਹੈ, ਜਿਹੜੇ ਮੈਂ ਤੁਹਾਨੂੰ ਨਵੇਂ ਕੋਰਸ ਦੱਸਿਆ ਉਹ ਤਾਂ ਅਸੀਂ ਐਡ ਕਰ ਹੀ ਰਹੇ ਹਾਂ,
पर ਉਹਦੇ ਨਾਲ ਅਸੀਂ ਬੱਚਿਆਂ ਦੀ ਪਲੇਸਮੈਂਟ ਦੇ ਉੱਪਰ, ਕਿਉਂਕਿ ਅਗਰ ਕਈ ਵਾਰੀ ਜਦੋਂ ਪ੍ਰੈਸ ਕਾਨਫਰੰਸ ਕਰਦੇ ਹਾਂ ਤਾਂ ਇਹ ਵੀ ਕੁਐਸਚਨ ਆਉਂਦਾ ਕਿ ਜੀ ਬੱਚਿਆਂ ਨੂੰ ਆਪਾਂ ਬਾਹਰ ਜਾਣ ਤੋਂ ਰੋਕਣਾ ਕਿ ਨਹੀਂ ਰੋਕਣਾ ਨਾ। ਤਾਂ ਪਹਿਲਾਂ ਤਾਂ ਇਹੀ ਹੁੰਦਾ ਵੀ ਜੇ ਉਹਨਾਂ ਨੂੰ ਬੈਟਰ ਅਪਰਚੁਨਿਟੀ ਮਿਲਦੀ ਹੈ ਤਾਂ ਫਿਰ ਅਸੀਂ ਕਿਉਂ ਰੋਕਾਂਗੇ। ਅਗਰ ਬੱਚਾ ਪੜ੍ਹ ਲਿਖ ਰਿਹਾ ਹੈ, ਉਹਨੇ ਕੋਈ ਕੰਮ ਕਰਨਾ ਹੈ, ਹਾਲਾਂਕਿ ਬਹੁਤ ਔਖਾ ਹੈ ਭੇਜਣਾ ਪੇਰੈਂਟਸ ਦੇ ਵਾਸਤੇ ਕਿ ਆਪਣੇ ਬੱਚੇ ਨੂੰ ਜਿਹੜਾ ਹਲੇ ਬਹੁਤ ਛੋਟੀ ਏਜ 'ਚ ਹੈ, +2 ਤੋਂ ਬਾਅਦ 'ਚ ਜਾਂ ਮੇਰੇ ਹਿਸਾਬ ਨਾਲ B.Tech ਤੋਂ ਬਾਅਦ 'ਚ ਵੀ ਜੇ ਜਾਣਾ ਹੈ ਤਾਂ ਉਨਾ ਕਿ ਬੱਚਾ ਮੈਚਿਓਰ ਨਹੀਂ ਹੁੰਦਾ। ਸਾਨੂੰ ਆਪਣੇ ਬੱਚੇ ਨੂੰ ਉੱਥੇ ਭੇਜਣਾ ਵੀ ਉੱਥੇ ਜਾ ਕੇ ਕੰਮ ਕਰੂ, ਉਸੇ ਕਰਕੇ ਭੇਜਦੇ ਹਾਂ ਕਿ ਉਹਨੂੰ ਜ਼ਿਆਦਾ ਬੈਟਰ ਉੱਥੇ ਫੈਸਿਲਿਟੀਜ਼ ਮਿਲਦੀਆਂ। ਤਾਂ ਇੱਥੇ ਵੀ ਅਸੀਂ ਉਸ ਤਰ੍ਹਾਂ ਦਾ ਜਿਹੜਾ ਪ੍ਰੋਸੈਸ ਸ਼ੁਰੂ ਕੀਤਾ ਜਿਹਦੇ 'ਚ ਬੱਚਿਆਂ ਨੂੰ ਕੋਈ ਚੰਗੀ ਪਲੇਸਮੈਂਟ ਮਿਲ ਜੇ, ਜਿਹਦੇ ਵਾਸਤੇ ਅਸੀਂ ਕਾਰਪੋਰੇਟ ਰਿਸੋਰਸ ਸੈਂਟਰ ਯੂਨੀਵਰਸਿਟੀ ਦੇ ਵਿੱਚ ਬਣਾਇਆ। ਤਾਂ ਉਹਦੇ ਜਿਹੜੇ ਪ੍ਰੋਫੈਸਰ ਇੰਚਾਰਜ ਹੈ ਡਾਕਟਰ ਰਜੇਸ਼ ਗੁਪਤਾ, ਉਹ ਵੀ ਮੇਰੇ ਨਾਲ ਆਏ ਹੋਏ ਆ, ਜਿਨ੍ਹਾਂ ਦਾ ਪਰਪਸ ਇਹੀ ਹੈ ਕਿ ਅਸੀਂ ਬੱਚਿਆਂ ਨੂੰ ਉਹਨਾਂ ਕੋਰਸਾਂ ਦੇ ਨਾਲ ਜਿਹੜੀ ਉਹ ਡਿਗਰੀ ਕਰ ਰਹੇ ਹੈ ਕੋਈ ਐਡੀਸ਼ਨਲ ਸਕਿੱਲਸ ਦਿੱਤੀਆਂ ਜਾਣ। ਜੇ ਕੋਈ ਬੱਚਾ ਮੰਨ ਲਓ ਕੰਪਿਊਟਰ ਦੀ ਡਿਗਰੀ ਕਰ ਰਿਹਾ ਤਾਂ ਉਹਨੂੰ ਕੰਪਿਊਟਰ ਦਾ ਕੋਈ ਇਹੋ ਜਿਹਾ ਪ੍ਰੋਗਰਾਮ ਨਾਲ ਸਿਖਾ ਦਿੱਤਾ ਜਾਵੇ ਤਾਂ ਕਿ ਉਹਨੂੰ ਇੱਥੇ ਕਿਸੇ ਮਲਟੀਨੈਸ਼ਨਲ ਕੰਪਨੀ 'ਚ ਬਹੁਤ ਵਧੀਆ ਜੋਬ ਮਿਲ ਜੇ। ਜਾਂ ਉਹਨਾਂ 'ਚੋਂ ਕੋਈ ਬੱਚੇ ਪਹਿਲਾਂ ਹੀ ਬਾਹਰ ਵੀ ਜਾਣਾ ਚਾਹੁੰਦੇ ਤਾਂ ਉਹਨਾਂ ਨੂੰ ਵੀ ਉਸ ਤਰ੍ਹਾਂ ਦੀ ਟ੍ਰੇਨਿੰਗ ਦੇ ਦਿੱਤੀ ਜਾਵੇ ਉਹਦੇ 'ਚ ਕਿ ਉਹਨਾਂ ਨੂੰ ਆਈਲੈਟਸ ਦਾ ਕੋਰਸ ਕਰਾਤਾ ਤਾਂ ਕਿ ਉਹਨੂੰ ਕਿਸੇ ਚੰਗੀ ਯੂਨੀਵਰਸਿਟੀ ਦੇ ਵਿੱਚ ਬਾਹਰ ਦਾਖਲਾ ਮਿਲ ਜੇ ਨਾ। ਜਿਸ ਤਰ੍ਹਾਂ ਦੀ ਵੀ ਬੱਚੇ ਦੀ ਅੱਗੇ ਕੋਈ ਅਸੀਂ ਕਾਉਂਸਲਿੰਗ ਤੋਂ ਬਾਅਦ 'ਚ ਡਿਸਾਈਡ ਕਰਦੇ ਹਾਂ ਕਿਸੇ ਨੇ ਅੱਗੇ ਪੜ੍ਹਨਾ ਤਾਂ ਉਸ ਤਰ੍ਹਾਂ ਦੀਆਂ ਜਿਹੜੀਆਂ ਸਹੂਲਤਾਂ ਉਹ ਵੀ ਬੱਚਿਆਂ ਵਾਸਤੇ ਯੂਨੀਵਰਸਿਟੀ ਦੇ ਵਿੱਚ ਕ੍ਰੀਏਟ ਕਰ ਰਹੇ ਹਾਂ। ਔਰ ਰੀਸੈਂਟਲੀ ਯੂਨੀਵਰਸਿਟੀ ਦੇ ਵਿੱਚ, ਕਿਉਂਕਿ ਤੁਸੀਂ ਸਾਰਿਆਂ ਨੇ ਪੜ੍ਹਿਆ ਹੋਣਾ, ਨਿਊਜ਼ ਦੇ ਵਿੱਚ ਵੀ ਆਇਆ ਸੀਗਾ ਕਿ ਅਸੀਂ ਆਈਡੀਆ ਲੈਬ ਐਸਟੈਬਲਿਸ਼ ਕੀਤੀ ਹੈ। ਆਈਡੀਆ ਲੈਬ ਦਾ ਪਰਪਸ ਥੋੜ੍ਹਾ ਜਿਹਾ ਤਾਂ ਉਹਦੇ ਨਾਂ ਤੋਂ ਹੀ ਹੋ ਗਿਆ। ਆਈਡੀਆ ਮੀਨਸ ਕਿ ਤੁਹਾਡੇ ਮਨ 'ਚ ਅਗਰ ਕੋਈ ਵੀ ਆਈਡੀਆ ਹੈ, ਕੋਈ ਇਨੋਵੇਸ਼ਨ ਹੈ, ਤਾਂ ਉਹਨੂੰ ਤੁਸੀਂ ਰਿਐਲਿਟੀ ਦੇ ਵਿੱਚ ਟਰਨ ਕਰ ਸਕਦੇ ਹੋ। ਤਾਂ ਕਿਉਂਕਿ ਪੰਜਾਬ ਹੈ ਜਿਹੜਾ, ਪੰਜਾਬ 'ਚ ਤੁਸੀਂ ਦੇਖਦੇ ਹੋ ਜਗਾੜ ਟੈਕਨੋਲੋਜੀ ਦੇ ਵਾਸਤੇ ਜਾਂ ਫਰੂਗਲ ਇਨੋਵੇਸ਼ਨ ਦੇ ਵਾਸਤੇ ਨੋਨ ਹੈ ਕਿ ਜਿੱਥੇ ਕਿਤੇ ਸਾਨੂੰ ਕੋਈ ਲੋੜ ਪੈਂਦੀ ਹੈ ਕਿਸੇ ਚੀਜ਼ ਦੀ ਤਾਂ ਅਸੀਂ ਆਪੇ ਵੀ ਜਗਾੜ ਕਰਕੇ ਉਹਨੂੰ, ਤਾਂ ਉਸ ਤਰ੍ਹਾਂ ਦੀਆਂ ਜਿਹੜੇ ਇਨੋਵੇਸ਼ਨਸ ਹੈ ਉਹ ਬੱਚਿਆਂ ਦੀਆਂ ਟਰਨ ਹੋ ਜਾਣ ਰਿਐਲਿਟੀ ਦੇ ਵਿੱਚ, ਉਹਦਾ ਪ੍ਰੋਟੋਟਾਈਪ ਡਿਵੈਲਪ ਹੋ ਜੇ। ਉਹੋ ਜਿਹੇ ਪਰਪਸ ਦੇ ਨਾਲ ਜਿਹੜੀਆਂ ਉਹ ਲੈਬਸ ਹੈ, ਆਈਡੀਆ ਲੈਬਸ, ਆਲ ਇੰਡੀਆ ਕਾਉਂਸਲ ਆਫ ਟੈਕਨੀਕਲ ਐਜੂਕੇਸ਼ਨ ਦਾ ਮੰਨ ਲਓ ਇੱਕ ਕਨਸੈਪਟ ਹੈ, ਜਿਨ੍ਹਾਂ ਨੇ ਨੈਸ਼ਨਲ ਲੈਵਲ 'ਤੇ ਉਸ ਤਰ੍ਹਾਂ ਦੀਆਂ ਲੈਬਸ ਐਸਟੈਬਲਿਸ਼ ਕੀਤੀਆਂ। ਪ੍ਰੈਜੈਂਟਲੀ ਫਸਟ ਉਹਨਾਂ ਨੇ 20 ਲੈਬਸ ਬਣਾਈਆਂ ਥਰੂ ਆਊਟ ਇੰਡੀਆ, ਜਿਹਦੇ 'ਚੋਂ ਪੰਜਾਬ ਦੇ ਵਿੱਚ ਇੱਕੋ ਹੀ ਜਿਹੜੀ ਲੈਬ ਹੈ ਉਹ ਬਣਨ ਜਾ ਰਹੀ ਹੈ ਸਾਡੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਿੱਚ। ਤਾਂ ਉਹ ਲੈਬ ਦਾ ਪਰਪਸ ਵੀ ਇਹੀ ਰਹੂਗਾ ਕਿ ਉਹਦੇ ਵਿੱਚ ਅਸੀਂ ਸਾਰੇ ਜਿੰਨੇ ਸਾਡੇ ਐਫੀਲੀਏਟਡ ਕਾਲਜ ਹੈ ਉਹਨਾਂ ਦੇ ਬੱਚਿਆਂ ਦੀ ਕੰਟੀਨਿਊਸ ਟ੍ਰੇਨਿੰਗ ਚੱਲਦੀ ਰਹੂਗੀ। ਕੋਈ 10 ਦਿਨਾਂ ਦਾ ਪ੍ਰੋਗਰਾਮ, 20 ਦਿਨਾਂ ਦਾ ਪ੍ਰੋਗਰਾਮ ਨਾ, ਕਿਸੇ ਵੀ ਬੱਚੇ ਦੇ ਮਨ ਦੇ ਵਿੱਚ ਕੋਈ ਉੱਦਾਂ ਦਾ ਆਈਡੀਆ ਹੋਊਗਾ ਤਾਂ ਉਹਨੂੰ ਸਾਰੀ ਉੱਥੇ ਫੈਸਿਲਿਟੀ ਅਸੀਂ ਪ੍ਰੋਵਾਈਡ ਕਰਾਂਗੇ ਕਿ ਉਹ ਆਪਣੀ ਉਸ ਇਨੋਵੇਸ਼ਨ 'ਤੇ ਬੇਸਡ ਕੋਈ ਇੱਕ ਪ੍ਰੋਟੋਟਾਈਪ ਮਾਡਲ ਤਿਆਰ ਕਰ ਲਏ ਜਿਹਨੂੰ ਬਾਅਦ 'ਚ ਬੱਚਾ ਵੀ ਕਮਰਸ਼ੀਅਲਾਈਜ਼ ਕਰ ਸਕਦਾ ਹੈ। ਕਿਉਂਕਿ ਇਹ ਜਿਹੜਾ ਕਨਸੈਪਟ ਵੀ ਆਇਆ ਇਹ ਆਲਟੋ ਡਿਜ਼ਾਈਨ ਫੈਕਟਰੀ ਜਿਹੜੀ ਹੈਲਸਿੰਕੀ ਯੂਨੀਵਰਸਿਟੀ ਹੈ, ਜਿਹੜੀ ਹੈਲਸਿੰਕੀ ਯੂਨੀਵਰਸਿਟੀ ਨੇ ਆਪਣੀ ਉਹਦੇ ਲੈਬ ਦੇ ਵਿੱਚ ਆਲਟੋ ਡਿਜ਼ਾਈਨ ਫੈਕਟਰੀ ਦੇ ਨਾਲ ਇੱਕ ਆਈਡੀਆ ਸ਼ੁਰੂ ਕੀਤਾ ਸੀ, ਜਿੱਥੇ ਉਹਨਾਂ ਨੇ ਬੱਚਿਆਂ ਨੂੰ ਹਰ ਤਰ੍ਹਾਂ ਦੀ ਫੈਸਿਲਿਟੀ ਪ੍ਰੋਵਾਈਡ ਕਰਤੀ। ਵਰਕਸ਼ਾਪ ਵੀ ਹੈਗੀ ਹੈ ਉੱਥੇ, ਟੀਚਰਸ ਵੀ ਹੈਗੇ ਹੈ, ਬੱਚੇ ਆਪਣੀ ਡਿਸਕਸ਼ਨਸ ਵੀ ਕਰ ਸਕਦੇ ਹੈ, ਜਿੱਥੋਂ ਬਹੁਤ ਜ਼ਿਆਦਾ ਨਵੀਆਂ ਕੰਪਨੀਜ਼ ਡਿਵੈਲਪ ਹੋਈਆਂ ਬੱਚਿਆਂ ਦੇ ਆਈਡੀਆ ਦੇ ਨਾਲ। ਜਿੱਦਾਂ ਨੋਕੀਆ ਹੈਗਾ, ਨੋਕੀਆ ਦੀ ਜਿਹੜੀ ਕੰਪਨੀ ਆ ਉਸ ਲੈਬ ਤੋਂ ਆਈ ਸੀ, ਤਾਂ ਉਹਦੇ ਕਨਸੈਪਟ ਦੇ ਉੱਪਰ ਇਹ ਲੈਬਸ ਡਿਵੈਲਪ ਕੀਤੀਆਂ। ਬਟ ਜਿਹੜੀ ਸਾਡੀ ਯੂਨੀਵਰਸਿਟੀ ਦੀ ਲੈਬ ਹੈ ਉਹ ਇੱਕ ਸਭ ਤੋਂ ਵਿਲੱਖਣ ਇਸ ਕਰਕੇ ਬਣ ਗਈ ਕਿ ਇਟ ਇਜ਼ ਇੰਡੀਆਜ਼ ਫਸਟ ਜਿਹੜੀ ਆਈਡੀਆ ਲੈਬ ਹੈ, ਜਿਹੜੀ ਸਾਰੀ ਹੋਈ ਸਪੋਂਸਰਡ ਹੈ ਆਲ ਇੰਡੀਆ ਕਾਉਂਸਲ ਆਫ ਟੈਕਨੀਕਲ ਐਜੂਕੇਸ਼ਨ ਤੋਂ ਐਂਡ ਇੰਡਸਟਰੀ ਤੋਂ। ਉਹਦੇ 'ਚ ਉਹਨਾਂ ਦਾ ਮੇਨ ਜਿਹੜਾ ਇੱਕ ਸਿਸਟਮ ਉਸ ਤਰ੍ਹਾਂ ਦਾ ਸੀ ਕਿ 50% ਉਹਨੇ ਕਿਹਾ ਸੀ ਵੀ ਅਸੀਂ ਦੇਵਾਂਗੇ ਆਲ ਇੰਡੀਆ ਕਾਉਂਸਲ ਆਫ ਟੈਕਨੀਕਲ ਐਜੂਕੇਸ਼ਨ ਨੇ, ਅਤੇ 50% ਜਿਹੜੀ ਕੰਟਰੀਬਿਊਸ਼ਨ ਸੀ ਉਹ ਜਾਂ ਕੋਈ ਇੰਡਸਟਰੀ ਦੇਵੇ ਜਾਂ ਜਿਹੜੀ ਯੂਨੀਵਰਸਿਟੀ ਹੈ ਇੰਸਟੀਟਿਊਸ਼ਨ ਆਪਣੇ ਆਪ ਬੀਅਰ ਕਰੇ। ਤਾਂ ਉਹਦੇ 'ਚੋਂ ਸਿਰਫ ਸਾਡੀ ਯੂਨੀਵਰਸਿਟੀ ਹੈ ਜਿਹਨੂੰ ਪੂਰੀ ਦੀ ਪੂਰੀ ਜਿਹੜੀ ਉਹਦੀ ਸਪੋਂਸਰਸ਼ਿਪ ਇੰਡਸਟਰੀ ਤੋਂ ਮਿਲੀ ਹੈ। ਉੱਥੇ ਨਾਲ ਹੀ ਸਾਡੇ ਬਠਿੰਡਾ ਕੈਮੀਕਲ ਲਿਮਟਿਡ ਹੈਗੀ ਹੈ, ਉਹਨਾਂ ਨੇ ਈਵਨ 50% ਤੋਂ ਵੀ ਜ਼ਿਆਦਾ ਗ੍ਰਾਂਟ ਦਿੱਤੀ ਹੈ। ਉਹਨੇ ਕਿਹਾ ਵੀ ਸਾਡੇ BCL ਦੇ ਨਾਮ ਦੇ ਉੱਪਰ ਆਈਡੀਆ ਲੈਬ ਦਾ ਨਾਮ ਰੱਖਿਆ ਜਾਵੇ, ਅਤੇ ਉਸ ਤਰ੍ਹਾਂ ਦੀ ਅਗਰ ਇੰਡਸਟਰੀ ਦੀ ਤੁਹਾਨੂੰ ਉੱਦਾਂ ਦੀ ਲੈਬ ਵਾਸਤੇ ਸਪੋਰਟ ਹੈ ਤਾਂ ਆਟੋਮੈਟਿਕਲੀ ਉਹ ਲੈਬ ਡਿਵੈਲਪ ਵੀ ਵਧੀਆ ਹੋਊਗੀ ਅਤੇ ਉਹਦੇ 'ਚ ਆਈਡੀਆ ਜਾਂ ਕਨਸੈਪਟ ਵੀ ਉੱਦਾਂ ਦੇ ਵਧੀਆ ਹੋਣਗੇ। ਇਹ ਚੀਜ਼ਾਂ ਜਿਹੜੀਆਂ ਆਉਣ ਵਾਲੇ ਟਾਈਮ ਦੇ ਵਿੱਚ ਬੱਚਿਆਂ ਨੂੰ ਸਪੋਰਟ ਕਰਨਗੀਆਂ ਕਿ ਉਹਨਾਂ ਨੂੰ ਕੋਈ ਉਸ ਤਰ੍ਹਾਂ ਦੀ ਅਪਰਚੁਨਿਟੀ ਜਾਂ ਉਹਨਾਂ ਨੂੰ ਕੋਈ ਜੋਬਸ ਆਪਣੇ ਇੱਥੇ ਹੀ ਮਿਲ ਜੇ ਤਾਂ ਸਾਨੂੰ ਸਾਡੇ ਬੱਚਿਆਂ ਨੂੰ ਬਾਹਰ ਭੇਜਣ ਦੀ ਵੀ ਲੋੜ ਨਾ ਪਵੇ। ਇਹਨਾਂ ਦੇ ਉੱਪਰ ਵੀ ਯੂਨੀਵਰਸਿਟੀ ਕੰਮ ਕਰ ਰਹੀ ਹੈ। ਫਿਰ ਜਿੱਦਾਂ ਬਹੁਤੇ ਕੋਰਸ ਅਸੀਂ ਕੋਲੈਬੋਰੇਸ਼ਨ ਦੇ ਵਿੱਚ ਵੀ ਚਲਾ ਰਹੇ ਹਾਂ, ਜਿੱਦਾਂ ਸਾਡੇ ਨਾਲ ਬਿਲਕੁਲ ਬਠਿੰਡੇ ਏਮਸ ਆ ਗਿਆ ਦਾ ਪ੍ਰੋਪਰਲੀ ਇਸਟੈਬਲਿਸ਼ ਹੋ ਗਿਆ, ਤਾਂ ਏਮਸ ਦੇ ਨਾਲ ਮਿਲ ਕੇ ਵੀ ਅਸੀਂ ਨਵੇਂ ਕੋਰਸ ਸ਼ੁਰੂ ਕੀਤੇ ਆ, ਜਿਹਦੇ 'ਚੋਂ ਮੇਨਲੀ ਜਿਹੜਾ ਇੱਕ ਅਸੀਂ ਸ਼ੁਰੂ ਕੀਤੀ ਹੈ MBA ਇਨ ਹਸਪੀਟਲ ਇੰਜੀਨੀਅਰਿੰਗ, ਇਨ ਹਸਪੀਟਲ ਐਡਮਿਨਿਸਟ੍ਰੇਸ਼ਨ। ਤਾਂ ਆਉਣ ਵਾਲੇ ਟਾਈਮ 'ਚ ਉਸ ਦਾ ਨਵੇਂ ਹੋਰ ਕੋਰਸ ਵੀ ਉਹੀ ਜਿਹੀ ਕੋਲੈਬੋਰੇਸ਼ਨ ਦੇ ਨਾਲ, ਕਿਉਂਕਿ ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਹੈ, ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਸਾਡੀ ਨਵੀਂ ਆ ਗਈ, ਉਹਦੇ ਕਨਸੈਪਟ ਦੇ ਉੱਪਰ ਵੀ ਜਿੱਥੇ ਉਹ ਕਹਿੰਦੇ ਵੀ ਤੁਹਾਡਾ ਜ਼ਿਆਦਾ
ਚੀਜ਼ਾਂ ਤੁਹਾਡਾ ਕ੍ਰੈਡਿਟ ਬੈਂਕ ਹੋਣਾ ਚਾਹੀਦਾ ਜੀ। ਬੱਚਾ 1 ਸਾਲ ਬਾਅਦ ਛੱਡ ਕੇ ਜਾਣਾ ਚਾਹੇ ਛੱਡ ਕੇ ਜਾ ਸਕਦਾ ਹੈ। ਹੁਣ ਪਹਿਲਾਂ ਕੀ ਕੰਡੀਸ਼ਨਾਂ ਸੀ ਕਿ ਬਹੁਤੇ ਬੱਚੇ ਸਾਡੇ ਕੋਲ ਉਸ ਤਰ੍ਹਾਂ ਦੇ ਵੀ ਆਉਂਦੇ ਆ ਕਿ ਅਗਰ ਉਹਨੇ 2 ਸਾਲ ਦੀ ਡਿਗਰੀ ਦੇ ਵਿੱਚ ਦਾਖਲਾ ਲੈ ਲਿਆ ਤਾਂ ਜਦੋਂ 4 ਸਾਲ ਪੂਰੇ ਹੋ ਗਏ ਜੇ ਉਹਦੀ ਡਿਗਰੀ ਪੂਰੀ ਨਹੀਂ ਹੋਈ ਜਿੰਨਾ ਉਹਨੇ ਪੜ੍ਹਿਆ ਉਹਦਾ ਸਾਰਾ ਵਿਅਰਥ ਜਾਂਦਾ ਸੀ, ਕਿਉਂਕਿ ਉਹਦਾ ਕੋਈ ਕ੍ਰੈਡਿਟ ਨਹੀਂ ਸੀ ਮਿਲਦਾ। ਤਾਂ ਉਸ ਚੀਜ਼ 'ਤੇ ਵੀ ਅਸੀਂ ਕੰਮ ਸ਼ੁਰੂ ਕਰ ਲਿਆ, ਜਿਹਦੇ 'ਚ ਅਸੀਂ ਹਰ 1 ਸਾਲ ਬਾਅਦ ਜੇ ਬੱਚਾ 1 ਸਾਲ ਬਾਅਦ ਜਦੋਂ ਪੂਰਾ ਹੋ ਗਿਆ ਉਹਨੂੰ ਸਰਟੀਫਿਕੇਟ ਕੋਰਸ ਮਿਲੂਗਾ, ਸਰਟੀਫਿਕੇਟ ਮਿਲੂਗਾ ਜਿਹਨੂੰ ਅਸੀਂ ਕਹਾਂਗੇ ਸਰਟੀਫਿਕੇਟ। 2 ਸਾਲ ਹੋ ਗਏ ਡਿਪਲੋਮੇ ਦਾ ਸਰਟੀਫਿਕੇਟ ਦੇਵਾਂਗੇ, 3 ਸਾਲ ਹੋ ਗਏ ਜਿਹੜਾ ਐਡਵਾਂਸ ਡਿਪਲੋਮਾ, ਅਤੇ 4 ਸਾਲ ਬਾਅਦ ਡਿਗਰੀ। ਤਾਂ ਹੁਣ ਇਹ ਵੀ ਆ ਗਿਆ ਕਿ ਬੱਚਾ 1 ਸਾਲ ਬਾਅਦ ਅਗਰ ਉਹਨੇ ਕੋਈ ਵੀ ਆਪਣਾ ਕੰਮ ਧੰਦਾ ਕਰਨਾ ਹੈ ਤਾਂ ਉਹ 1 ਸਾਲ ਬਾਅਦ ਆਪਣੀ ਜਿਹੜੀ ਪੜ੍ਹਾਈ ਹੈ ਛੱਡ ਸਕਦਾ ਹੈ। ਉਹਦਾ 2 ਸਾਲ ਬਾਅਦ ਫਿਰ ਮਨ ਕਰਦਾ ਦੁਬਾਰੇ ਫਿਰ ਸੈਕੰਡ ਈਅਰ 'ਚ ਆ ਸਕਦਾ ਹੈ, ਜਾਂ ਕਿਤੇ ਹੋਰ ਵੀ ਦਾਖਲਾ ਲੈਣਾ ਹੈ ਕਿਉਂਕਿ ਤੁਹਾਨੂੰ 1 ਸਾਲ ਦਾ ਸਰਟੀਫਿਕੇਟ ਮਿਲ ਗਿਆ, ਤੁਸੀਂ ਹੋਰ ਕਿਸੇ ਯੂਨੀਵਰਸਿਟੀ ਜਾਣਾ ਚਾਹੁੰਦੇ ਹੋ ਉੱਥੇ ਵੀ ਜਾ ਸਕਦੇ ਹਾਂ। ਇਹੋ ਜਿਹੇ ਕਨਸੈਪਟ ਵੀ ਸ਼ੁਰੂ ਕੀਤੇ ਆ, ਪਰ ਉਹਦੇ ਨਾਲ ਅਸੀਂ ਜਿਹੜੀਆਂ ਚੀਜ਼ਾਂ ਐਡ ਕੀਤੀਆਂ ਕਿ ਇੱਕ ਤਾਂ ਵੈਸੇ ਹੀ ਹੈ ਕਿ ਉਹਨੇ ਇੱਕ ਕੋਰਸ 'ਚ ਦਾਖਲਾ ਲਿਆ, ਜਿੱਦਾਂ ਮੈਂ ਕਹਾਂ ਵੀ ਇੰਜੀਨੀਅਰਿੰਗ ਦੇ ਵਿੱਚ ਲੈ ਲਿਆ ਅਤੇ ਉਹਦਾ 1 ਸਾਲ ਪੂਰਾ ਹੋ ਗਿਆ, ਉਹਨੂੰ ਸਰਟੀਫਿਕੇਟ ਕੋਰਸ ਦਿੱਤਾ, ਪਰ ਉਹਦਾ ਕੋਈ ਪਰਪਸ ਸੋਲਵ ਨਹੀਂ ਹੁੰਦਾ। ਤਾਂ ਉਹਦੇ ਵਾਸਤੇ ਵੀ ਅਸੀਂ ਨਾਲ ਕੋਈ ਐਡੀਸ਼ਨਲ ਸਕਿੱਲਸ ਦੇ ਉੱਪਰ ਕੰਮ ਕਰ ਰਹੇ ਹਾਂ ਕਿ ਜੇ 1 ਸਾਲ ਜਦੋਂ ਬੱਚਾ ਸਾਡੇ ਕੋਲ ਇੰਜੀਨੀਅਰਿੰਗ ਦਾ ਆਉਂਦਾ ਹੈ ਉਹਨੂੰ ਕੋਈ ਵੈਲਡਿੰਗ ਸਿਖਾ ਦਈਏ, ਜਾਂ ਉਹਨੂੰ ਕਿਸੇ ਤਰ੍ਹਾਂ ਦੀ ਹੋਰ ਕੋਈ ਜਿਵੇਂ ਮੋਟਰ ਰਿਪੇਅਰ ਹੋ ਗਈ, ਕੋਈ ਪੱਖੇ ਹੋ ਗਏ, ਕਿ ਉਹਨਾਂ ਕੁ ਕੰਮ ਉਹਨੂੰ ਉਹਦੇ ਹੈਂਡ ਔਨ ਸਕਿੱਲਸ ਦੇ ਦਈਏ ਤਾਂ ਕਿ ਜੇ 1 ਸਾਲ ਬਾਅਦ ਉਹ ਛੱਡ ਕੇ ਵੀ ਜਾਵੇ ਤਾਂ ਉਹਨੂੰ ਕਿਸੇ ਨਾ ਕਿਤੇ ਉਸ ਤਰ੍ਹਾਂ ਦੀ ਜਾਂ ਜੋਬ ਮਿਲ ਜੇ ਜਾਂ ਕੋਈ ਆਪਣਾ ਕੰਮ ਸ਼ੁਰੂ ਕਰ ਲੇ। ਇਹਨਾਂ ਕੰਮਾਂ ਦੇ ਉੱਪਰ ਵੀ ਜਾਂ ਇਹਨਾਂ ਚੀਜ਼ਾਂ ਦੇ ਉੱਪਰ ਵੀ ਯੂਨੀਵਰਸਿਟੀ ਕੰਮ ਕਰ ਰਹੀ ਹੈ। ਤਾਂ ਉਹਦੇ 'ਚ ਮੇਰਾ ਆਉਣ ਦਾ ਪਰਪਸ ਸੀ ਕਿ ਤੁਹਾਡੇ ਸਾਰਿਆਂ ਦਾ ਇਹ ਸਹਿਯੋਗ ਚਾਹੀਦਾ ਕਿ ਉਹ ਜਿਹੜੀਆਂ ਚੀਜ਼ਾਂ ਜੋ ਵੀ ਕੋਈ ਨਵੀਂ ਚੀਜ਼ ਡਿਵੈਲਪ ਹੋ ਰਹੀ ਹੈ ਉਹ ਪਬਲਿਕ ਤੱਕ ਜ਼ਰੂਰ ਜਾਵੇ ਤਾਂ ਕਿ ਜੋ ਐਕਚੁਅਲ ਬੱਚਿਆਂ ਨੂੰ ਉਹਦਾ ਬੈਨੀਫਿਟਸ ਜ਼ਰੂਰ ਮਿਲ ਜੇ। ਜਿੰਨੀਆਂ ਸਾਡੀਆਂ ਇੰਸਟੀਟਿਊਸ਼ਨਸ ਹੈ ਇਹਨਾਂ ਸਾਰੀਆਂ ਦਾ ਐਨੂਅਲੀ ਅਕੈਡਮਿਕ ਆਡਿਟ ਚੈੱਕ ਹੁੰਦਾ ਹੈ, ਸਾਰੀਆਂ ਚੀਜ਼ਾਂ ਇਹਨਾਂ ਦਾ ਫੈਕਲਟੀ ਸਟਾਫ ਕਲਾਸਾਂ ਦਾ ਸ਼ਡਿਊਲ, ਜਿਵੇਂ ਹੁਣ ਇਹ ਇੰਸਟੀਟਿਊਸ਼ਨ ਤਾਂ ਮੈਂ ਕਹਾਂਗਾ ਕਿ ਸਾਡੀ ਵਨ ਆਫ ਦਾ ਬੈਸਟ ਇੰਸਟੀਟਿਊਸ਼ਨ ਹੈ, ਤਾਂ ਉਸੇ ਤਰ੍ਹਾਂ ਹੀ ਸਾਰੀਆਂ ਇੰਸਟੀਟਿਊਸ਼ਨਸ ਨੂੰ ਵੀ ਸਪੋਰਟ ਕਰ ਰਹੇ ਹਾਂ। ਪਰ ਮੇਰੇ ਹਿਸਾਬ ਨਾਲ ਜ਼ਿਆਦਾ ਵੱਡੀ ਸਪੋਰਟ ਜਿੰਨੀਆਂ ਪ੍ਰਾਈਵੇਟ ਇੰਸਟੀਟਿਊਸ਼ਨਸ ਆਈਆਂ ਉਹਨਾਂ ਦੀ ਟੈਕਨੀਕਲ ਯੂਨੀਵਰਸਿਟੀਜ਼ ਨੂੰ ਹੋਈ ਹੈ। ਜਦੋਂ ਉਸ ਟਾਈਮ 'ਤੇ ਜਦੋਂ ਸਾਡੇ ਕੋਲ ਸਾਰਾ ਕੁਝ ਅਵੇਲੇਬਲ ਸੀ, ਬੱਚੇ ਸੀ ਆਉਂਦਾ, ਤਾਂ ਉਦੋਂ ਜਿਹੜਾ ਇੱਕ ਸਿਸਟਮ ਖੜ੍ਹਾ ਕੀਤਾ ਜਿਹਦੇ 'ਚ ਕਿਉਂਕਿ ਜੇ ਯੂਨੀਵਰਸਿਟੀ ਵੀ ਡਿਵੈਲਪ ਹੁੰਦੀ ਹੈ ਤਾਂ ਜਿੰਨੀਆਂ ਸਾਡੇ ਇਹਨਾਂ ਕਾਲਜਾਂ ਤੋਂ ਵੀ ਕਿਸੇ ਦੀ ਐਫੀਲੀਏਸ਼ਨ ਫੀਸ ਜਮ੍ਹਾਂ ਹੋਣੀ ਹੈ, ਕਿਸੇ ਦਾ ਹੋਰ ਹੋਣਾ, ਤਾਂ ਉਹ ਸਾਰਿਆਂ ਦੀ ਸਪੋਰਟਸ ਦੇ ਨਾਲ ਹੀ ਜਿਹੜੀ ਯੂਨੀਵਰਸਿਟੀ ਬਣੀ ਹੈ। ਬੇਸ਼ੱਕ ਮੈਂ PTU ਜਲੰਧਰ ਦੀ ਗੱਲ ਕਰ ਲਾਂ, ਬੇਸ਼ੱਕ ਬਠਿੰਡਾ ਯੂਨੀਵਰਸਿਟੀ ਦੀ ਗੱਲ ਕਰ ਲਾਂ, ਤਾਂ ਆਟੋਮੈਟਿਕਲੀ ਜਿਵੇਂ ਹੁਣ ਯੂਨੀਵਰਸਿਟੀ ਗਰੋ ਹੋਗੀ ਤਾਂ ਹੁਣ ਸਾਡਾ ਵੀ ਇਹ ਫਰਜ਼ ਹੈ ਕਿ ਅਸੀਂ ਸਾਰੀਆਂ ਜਿਹੜੀਆਂ ਇੰਸਟੀਟਿਊਸ਼ਨਸ ਹੈ ਉਹਨਾਂ ਨੂੰ ਪ੍ਰੋਪਰ ਸਪੋਰਟ ਕਰੀਏ ਤਾਂ ਕਿ ਹਰ ਇੱਕ ਬੱਚੇ ਨੂੰ ਜਿੱਥੇ ਉਹਦਾ ਘਰ ਹੈ ਨੇੜੇ ਉੱਥੇ ਹੀ ਵਧੀਆ ਇੰਸਟੀਟਿਊਸ਼ਨ ਮਿਲ ਜੇ ਅਤੇ ਉੱਥੋਂ ਹੀ ਆਪਣਾ ਉਹ ਕੋਰਸ ਜਿਹੜਾ ਕੰਪਲੀਟ ਕਰ ਸਕੇ। ਈਵਨ ਯੂਨੀਵਰਸਿਟੀ ਨੇ ਆਪਣੇ ਵੀ ਨਾਲ ਉਹੋ ਜਿਹੇ ਸੈਂਟਰ ਵੀ ਅਸੀਂ ਸ਼ੁਰੂ ਕੀਤੇ ਹੈ, ਜਿੱਦਾਂ ਅਸੀਂ PIT ਦੇ ਨਾਮ 'ਤੇ ਪੰਜਾਬ ਇੰਸਟੀਚਿਊਟ ਆਫ ਟੈਕਨੋਲੋਜੀ, ਤਾਂ ਇਸ ਏਰੀਏ 'ਚ ਸਾਡਾ ਹੈਗਾ ਮੋਗੀ ਜਿਹੜਾ PIT ਮੋਗਾ, ਜਿੱਥੇ ਉਹ ਪਹਿਲਾਂ ਪੋਲੀਟੈਕਨਿਕ ਕਾਲਜ ਸੀ ਰੋਡੇ, ਉੱਥੇ ਉਹ PIT ਵੀ ਚੱਲ ਰਹੀ ਹੈ। ਉਹਦੇ 'ਚ ਵੀ ਸਾਰੇ ਉਸ ਤਰ੍ਹਾਂ ਦੇ ਕੋਰਸ ਹੈਗੇ ਆ, ਉਹਦੇ ਵਿੱਚ ਵੀ ਬੱਚਿਆਂ ਨੂੰ ਕਿਸੇ ਨੇ ਉੱਥੇ ਦਾਖਲਾ ਲੈਣਾ ਉੱਥੇ ਦਾਖਲਾ ਲਿਆ ਜਾ ਸਕਦਾ ਹੈ। ਇਸੇ ਤਰ੍ਹਾਂ ਸਾਡੀ PIT ਆਨੰਦਗੜ੍ਹ ਵੀ ਹੈਗੀ ਹੈ, ਪਰ ਜਿਹੜਾ ਇਹ ਕਾਲਜ ਹੈ ਜਿਹੜਾ ਮੈਂ PIT ਮੋਗੇ ਦੀ ਗੱਲ ਕਰਦਾ ਸੀ, ਅਤੇ ਇੱਕ ਸਾਡਾ PIT ਰਾਜਪੁਰਾ, ਇਹ 2 ਇੰਸਟੀਟਿਊਸ਼ਨਸ ਬਹੁਤ ਵਧੀਆ ਜਿਹੜੇ ਬੱਚਿਆਂ ਦੀਆਂ ਐਡਮਿਸ਼ਨਸ ਲਾਸਟ ਈਅਰ ਤੋਂ ਹੋ ਰਹੀਆਂ। ਤਾਂ ਮੇਰੇ ਖਿਆਲ ਇਸ ਵਾਰੀ ਦੇ ਦਾਖਲਿਆਂ ਤੋਂ ਬਾਅਦ 'ਚ ਇਹਨਾਂ ਦੋਨਾਂ ਇੰਸਟੀਟਿਊਸ਼ਨ ਦੇ ਵਿੱਚ ਸਾਡੇ ਕੋਲ 700-800 ਬੱਚਾ ਇੱਕ ਇੰਸਟੀਟਿਊਸ਼ਨ 'ਚ ਹੋ ਜਾਊਗਾ। ਤਾਂ ਉਹ ਕਿਉਂਕਿ ਜਿਵੇਂ ਬੱਚੇ ਆਈ ਜਾਣਗੇ ਉਵੇਂ ਹੀ ਫਿਰ ਉਹ ਜਿਹੜੀ ਇੰਸਟੀਟਿਊਸ਼ਨ ਉਹ ਵੀ ਗਰੋ ਕਰੂਗੀ। ਤਾਂ ਉੱਥੇ ਵੀ ਬਹੁਤ ਤਰ੍ਹਾਂ ਦੇ ਕੋਰਸ ਸਾਡੇ ਚੱਲ ਰਹੇ ਆ, ਉੱਥੇ ਵੀ ਬੱਚਿਆਂ ਨੂੰ ਅਸੀਂ ਉਹ ਵੀ ਇਨਫੋਰਮੇਸ਼ਨ ਹੈਗੀ, ਉੱਥੇ ਵੀ ਦਾਖਲਾ ਲਿਆ ਜਾ ਸਕਦਾ। ਬਟ ਇੱਕ ਹੋਰ ਸਾਰਿਆਂ ਤੋਂ ਵਧੀਆ ਅਸੀਂ ਇੱਕ ਪਟਿਆਲਾ ਦੇ ਵਿੱਚ ਸ਼ੁਰੂ ਕੀਤਾ, ਜਿਹੜਾ ਸਾਡਾ ਪਸਾਕ ਕਰਕੇ ਹੈਗਾ ਪੰਜਾਬ ਸਟੇਟ ਐਰੋਨੋਟੀਕਲ ਇੰਜੀਨੀਅਰਿੰਗ ਕਾਲਜ, ਜਿਹੜਾ ਮੇਰਾ ਖਿਆਲ ਹੈ ਨਾਰਥ ਇੰਡੀਆ ਦੇ ਵਿੱਚ ਇੱਕ ਆਪਣੀ ਤਰ੍ਹਾਂ ਦਾ ਕਾਲਜ ਹੈ ਜਿੱਥੇ ਐਕਚੁਅਲ 'ਚ ਫਲਾਈਂਗ ਵੀ ਹੁੰਦੀ ਹੈ। ਅਦਰਵਾਈਜ਼ ਐਰੋਨੋਟੀਕਲ ਦੇ ਕਾਲਜ ਹੋਰ ਥਾਵਾਂ 'ਤੇ ਵੀ ਚੱਲ ਰਹੇ ਆ, ਜਿੱਦਾਂ ਪੰਜਾਬ ਇੰਜੀਨੀਅਰਿੰਗ ਕਾਲਜ 'ਚ ਵੀ ਚੱਲ ਰਿਹਾ, ਪਰ ਜਿਹੜਾ ਸਾਡੀ PIT ਦੇ ਵਿੱਚ ਜਿਹੜਾ ਉਸ ਕਾਲਜ ਦੇ ਵਿੱਚ ਕੋਰਸ ਚੱਲਦਾ ਉਹਦੇ 'ਚ ਐਕਚੁਅਲ 'ਚ ਫਲਾਈਂਗ ਹੁੰਦੀ ਹੈ ਕਾफ़ी ज़्यादा। ਉੱਥੇ ਸਾਡੇ MOU ਵਧੀਆ ਹੋਇਆ, ਔਰ ਉਹ ਕਾਲਜ ਡਿਵੈਲਪ ਵੀ ਰੂਸਾ ਦੀ ਗ੍ਰਾਂਟ ਦੇ ਨਾਲ ਹੋਇਆ। ਉੱਥੇ ਵੀ ਬਹੁਤ ਵਧੀਆ ਆਪਣਾ ਇੱਕ ਸਪੈਸ਼ਲਾਈਜ਼ਡ ਕੋਰਸ ਹੈ, ਸਿਰਫ ਉੱਥੇ BSc ਐਰੋਨੋਟੀਕਲ ਜਾਂ ਉਸ ਤਰ੍ਹਾਂ ਦੇ ਕੋਰਸ ਹੀ ਹੈ ਜਿਹੜੇ ਉਹਦੇ ਨਾਲ ਹੀ ਰਿਲੇਟਡ ਹੈ, ਸਪੈਸ਼ਲਾਈਜ਼ਡ ਹੈ। ਤਾਂ ਉਹ ਵੀ ਇੱਕ ਗਾਈਡੈਂਸ ਬੱਚਿਆਂ ਨੂੰ ਦਿੱਤੀ ਜਾ ਸਕਦੀ ਹੈ ਕਿ ਅਗਰ ਕਿਸੇ ਬੱਚੇ ਦਾ ਉਸ ਪਾਸੇ ਇੰਟਰਸਟ ਹੈ ਤਾਂ ਉੱਥੇ ਵੀ ਉਹ ਦਾਖਲਾ ਲੈ ਸਕਦੇ ਆ। ਇਹ ਮੈਂ ਥੋੜ੍ਹਾ ਜਿਹਾ ਤੁਹਾਨੂੰ ਯੂਨੀਵਰਸਿਟੀ ਬਾਰੇ ਬਰੀਫ ਕਰਤਾ, ਕੋਰਸਾਂ ਦੇ ਬਾਰੇ ਕਰਤਾ ਨਾ, ਬਾਕੀ ਚੀਜ਼ਾਂ ਅਵੇਲੇਬਲ ਹੈਗੀਆਂ ਸਾਡੇ ਨੈੱਟ ਦੇ ਉੱਪਰ, ਉਹਨਾਂ ਦਾ ਸ਼ਡਿਊਲ ਵੀ ਈਵਨ ਪਾਇਆ ਹੋਇਆ ਸਾਡੀ ਵੈਬਸਾਈਟ 'ਤੇ ਕਿ ਕਦੋਂ ਉਹ 'ਚ ਦਾਖਲੇ ਹੋਣੇ ਆ। ਕਾफ़ੀ ज़्यादा 1 ਜਾਂ 2 ਰਾਊਂਡ ਐਡਮਿਸ਼ਨ ਦੇ ਵੀ ਖਤਮ ਹੋ ਗਏ,
ਤਾਂ ਉਹ ਵੀ ਅਗਰ ਬੱਚਿਆਂ ਦੇ ਜਾਂ ਉਹਨਾਂ ਦੇ ਪੇਰੈਂਟਸ ਤੱਕ ਇਨਫੋਰਮੇਸ਼ਨ ਜਾਵੇ ਤਾਂ ਕਿ ਉਹ ਆਪਣੀ ਸਹੀ ਸਮਝ ਦੇ ਨਾਲ ਸਹੀ ਸੋਚ ਦੇ ਨਾਲ ਜਿਹੜਾ ਕਾਲਜ ਹੈ ਉਹ ਸਿਲੈਕਟ ਕਰ ਸਕਣ। ਬਿਲਕੁਲ ਬਿਲਕੁਲ, ਰਿਫਾਈਨਰੀ ਦੇ ਨਾਲ ਮੈਂ ਵਧੀਆ ਤੁਸੀਂ ਕੁਐਸਚਨ ਪੁੱਛ ਲਿਆ। ਰਿਫਾਈਨਰੀ ਨਾਲ ਪ੍ਰੈਜ਼ੈਂਟਲੀ ਸਾਡਾ ਜਿਹੜਾ ਗੱਲਬਾਤ ਚੱਲ ਰਹੀ ਹੈ, ਪ੍ਰੋਬੇਬਲੀ ਇੱਕ ਕੰਮ ਤਾਂ ਅਸੀਂ ਉਹਨਾਂ ਦਾ ਸ਼ੁਰੂ ਕਰਤਾ, ਜਿਹੜਾ ਉਹਨਾਂ ਦੇ ਜਿਹੜੇ ਆਪਣੇ ਐਗਜ਼ੈਕਟਿਵਸ ਹੈਗੇ ਆ ਉਹਨਾਂ ਦੀ ਟ੍ਰੇਨਿੰਗ ਹੈ। ਉਹ ਜਿਹੜੀ ਟ੍ਰੇਨਿੰਗ ਪਹਿਲਾਂ ਕਰਾ ਰਹੇ ਸੀ IIM ਤੋਂ ਕਰਾ ਰਹੇ ਸੀ ਜਾਂ ਗੁਪਤਾ ਜੀ ਕਿੱਥੋਂ ਕਰਾਉਂਦੇ ਸੀ ਪਹਿਲਾਂ? ਆਪਣੇ IIT ਤੋਂ ਜਾਂ IIM ਤੋਂ ਆਪਣੇ EMPLOYEES ਭੇਜਦੇ ਸੀ, ਕਿਉਂਕਿ ਇੱਕ ਤਾਂ ਇੰਡਸਟਰੀ ਦੇ ਵਿੱਚ ਉਨੇ EMPLOYEES ਸਪੇਅਰ ਹੀ ਨਹੀਂ ਹੋ ਸਕਦੇ ਜਦੋਂ ਚੱਲ ਰਹੀ ਹੈ ਇੰਡਸਟਰੀ। ਤਾਂ ਉਹਨਾਂ ਵਾਸਤੇ ਵੀ ਔਖਾ ਸੀ ਕਿ ਉੱਥੇ ਭੇਜਦੇ ਸੀ, ਖਰਚਾ ਵੀ ਜ਼ਿਆਦਾ ਪੈਂਦਾ ਸੀ, ਕੰਮ ਵੀ ਬੰਦ ਹੁੰਦਾ ਸੀ ਨਾ। ਤਾਂ ਉਸ ਟਾਈ ਅਪ 'ਚ ਅਸੀਂ ਉਹਦੇ ਜਿਹੜੇ ਮੋਡਿਊਲਸ ਡਿਵੈਲਪ ਕਰ ਰਹੇ ਹਾਂ ਕਿ ਉਹ ਟ੍ਰੇਨਿੰਗ ਅਸੀਂ ਸਾਡੀ ਆਪਣੀ ਯੂਨੀਵਰਸਿਟੀ ਦੇ ਵਿੱਚ ਦੇਵਾਂਗੇ। ਉਹਦੇ ਨਾਲ ਹੀ ਕੁਛ ਉਹਨਾਂ ਦੀ ਰਿਕੁਆਇਰਮੈਂਟ ਹੈ, ਉੱਥੇ ਜ਼ਿਆਦਾ ਕੈਮੀਕਲ ਨਾਲ ਰਿਲੇਟਡ ਕੋਰਸਿਸ ਹੈਗੇ ਆ। ਤਾਂ ਸਾਡੇ ਇੱਥੇ ਨਾਲ ਹੀ ਫਿਰੋਜ਼ਪੁਰ ਆਪਣੇ ਕੋਲ ਯੂਨੀਵਰਸਿਟੀ ਹੈਗੀ ਆ ਜਿੱਥੇ ਕੈਮੀਕਲ ਇੰਜੀਨੀਅਰਿੰਗ ਚੱਲਦੀ ਹੈ। ਤਾਂ ਉਸ ਤਰ੍ਹਾਂ ਦਾ ਟਾਈ ਅਪ ਵੀ ਹੈ ਕੋਲੈਬੋਰੇਟਿਵ ਦੇ ਵਿੱਚ ਕਿ ਉਸ ਤਰ੍ਹਾਂ ਦਾ ਕੋਈ ਡਿਪਲੋਮਾ ਜਾਂ ਡਿਗਰੀ ਸ਼ੁਰੂ ਕੀਤੀ ਜਾਵੇ, ਅਤੇ ਹੋਰ ਵੀ ਜਿਹੜੇ ਕੋਰਸ ਉਹਨਾਂ ਦੀ ਡਿਮਾਂਡ ਦੇ ਹਿਸਾਬ ਨਾਲ ਜਾਂ ਜਿਹੜੇ ਉਹਨਾਂ ਦੀ ਰਿਕੁਆਇਰਮੈਂਟ ਹੋਊਗੀ ਉਹੋ ਜਿਹੇ ਕੋਰਸ ਵੀ ਅਸੀਂ ਆਉਣ ਵਾਲੇ ਟਾਈਮ 'ਚ ਸ਼ੁਰੂ ਕਰਾਂਗੇ। ਜੋਬ ਪਲੇਸਮੈਂਟ ਦੀ ਮੈਂ ਤੁਹਾਨੂੰ ਪਹਿਲਾਂ ਗੱਲ ਕਰਕੇ ਹਟਿਆ ਜੀ। ਅਸੀਂ ਕਾਰਪੋਰੇਟ ਰਿਸੋਰਸ ਸੈਂਟਰ ਐਸਟੈਬਲਿਸ਼ ਕੀਤਾ। ਗੁਪਤਾ ਜੀ ਤੁਸੀਂ ਅਪਡੇਟ ਕਰ ਦਿਓ ਥੋੜ੍ਹਾ ਜਿਹਾ ਉਹਦਾ ਕੀ ਪਰਪਸ ਹੈ, ਉਹ ਵੀ ਕਰ ਦਿੰਦੇ, ਲਿਖਿਆ ਦਿਓ।